ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਓ ਅਪਰਸ ਸਗਲ ਨਿਸਤਾਰੈ। ਅਸ਼ਟਪਦੀ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਰੰਜਨ ਦਰਸ਼। ਪਰ ਤ੍ਰੈ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪ ਸਕਉ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਪੂ ਜੀ ਦੇ ਇਲਾਹੀ ਚਰਨਾਂ ਦਾ ਆਓ ਜੀ ਧਿਆਨ ਧਰੀਏ ਸਤਿਕਾਰ ਪ੍ਰੇਮ ਨਾਲ। ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਪਾਵਨ ਫਤਿਹ ਨਾਲ ਸਾਂਝ ਪਾਈਏ ਜੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ। ਸੁਖਮਨੀ ਸਾਹਿਬ ਦੀ ਵਿਚਾਰ ਕਰਦਿਆਂ ਹੋਇਆਂ 9ਵੀਂ ਅਸ਼ਟਪਦੀ ਤੱਕ ਅਸੀਂ ਪਹੁੰਚੇ ਹਾਂ। 9ਵੀਂ ਅਸ਼ਟਪਦੀ ਸ਼ੁਰੂ ਹੋਣ ਲੱਗੀ ਹੈ, ਜੋ ਸਤਿਗੁਰੂ ਜੀ ਦੀ ਅਪਾਰ ਮਿਹਰਮਤ, ਉਹਦੀ ਰਹਿਮਤ ਦੇ ਸਦਕਾ ਹੈ। ਕਿਉਂਕਿ ਅਸੀਂ ਔਗਣਹਾਰੇ ਇਨਸਾਨ ਹਾਂ, ਬੜੇ ਸਾਡੇ ਵਿੱਚ ਔਗਣ ਨੇ, ਔਗਣਾਂ ਦੇ ਨਾਲ ਭਰੇ ਹੋਏ ਹਾਂ। ਇਹ ਸਤਿਗੁਰੂ ਦੀ ਕਿਰਪਾ ਹੈ, ਸਤਿਗੁਰੂ ਦੀ ਰਹਿਮਤ ਹੈ ਕਿ ਸਤਿਗੁਰੂ ਆਪ ਕਿਰਪਾ ਕਰਕੇ, ਰਹਿਮਤ ਕਰਕੇ ਆਪਣੇ ਦਰ ਦੀ ਸੇਵਾ ਸਾਡੇ ਕੋਲੋਂ ਲੈ ਰਿਹਾ ਹੈ। ਨਹੀਂ ਤਾਂ ਅਸੀਂ ਇਸ ਯੋਗ ਨਹੀਂ ਹਾਂ ਕਿ ਗੁਰਬਾਣੀ ਦੀ ਵਿਚਾਰ ਕਰ ਸਕੀਏ। ਗੁਰਬਾਣੀ ਦੀ ਵਿਚਾਰ ਵੀ ਗੁਰੂ ਕਰਾਉਂਦਾ ਹੈ। ਉਹੀ ਰਹਿਮਤ ਕਰ ਰਿਹਾ ਕਿ ਅਸੀਂ ਪੌੜੀ ਦਰ ਪੌੜੀ ਚੜ੍ਹਦੇ ਜਾ ਰਹੇ ਹਾਂ। ਤਾਂ ਸੋ ਜਦੋਂ 9ਵੀਂ ਅਸ਼ਟਪਦੀ ਸ਼ੁਰੂ ਹੁੰਦੀ ਹੈ ਤਾਂ ਉਹਦੇ ਸ਼ੁਰੂਆਤ ਵਿੱਚ ਤਰਤੀਬ ਦੇ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਦਾ ਇਸਤੇਮਾਲ ਕਰਦੇ ਨੇ, ਜਿਹਦੀ ਬਾਅਦ ਵਿੱਚ ਵਿਆਖਿਆ ਪੌੜੀ 'ਚ ਜਾ ਕੇ ਕਰਦੇ ਆ। ਅਪਰਸ। ਅਪਰਸ ਸ਼ਬਦ ਬਾਰੇ ਜਦੋਂ ਮੈਂ ਪੜ੍ਹ ਰਿਹਾ ਸੀ ਤੇ ਇਹਦਾ ਮੀਨਿੰਗ ਕੀਤਾ ਗਿਆ ਹੈ, ਜੋ ਕਿਸੇ ਚੀਜ਼ ਨੂੰ ਨਾ ਪਰਸੇ, ਜੋ ਕਿਸੇ ਚੀਜ਼ ਨੂੰ ਨਾ ਛੂਹੇ, ਜੋ ਕਿਸੇ ਦੇ ਹੱਥ ਦਾ ਬਣਿਆ ਪ੍ਰਸ਼ਾਦਾ ਨਾ ਛਕੇ, ਆਪਣੇ ਹੱਥੀਂ ਤਿਆਰ ਕਰਕੇ ਛਕੇ, ਉਹ ਅਪਰਸ ਹੈ। ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ, ਜਿਹੜਾ ਬਹੁਤ ਜ਼ਿਆਦਾ ਸੁੱਚ ਭੇਟ ਦਾ ਖਿਆਲ ਰੱਖਦਾ ਹੈ, ਕਿਸੇ ਦੇ ਹੱਥੀਂ ਤਿਆਰ ਕੀਤੀ ਸ਼ੈ ਨੂੰ ਨਹੀਂ ਛਕਦਾ ਹੈ, ਜੰਗਲਾਂ ਵਿੱਚ ਰਹਿੰਦਾ ਹੈ, ਮਾਲਕ ਦੀ ਬੰਦਗੀ ਵੱਲ ਆਪਣਾ ਧਿਆਨ ਰੱਖਦਾ ਹੈ, ਪਰ ਬਹੁਤ ਸਾਰੇ ਕਰਮ ਕਾਂਡਾਂ ਨੂੰ ਆਪਣੇ ਜੀਵਨ ਦੇ ਵਿੱਚ ਰੱਖਦਾ। ਔਰ ਉਹਨੂੰ ਇਹ ਵਿਸ਼ਵਾਸ ਜਿਹਾ ਹੋ ਜਾਂਦਾ ਵੀ ਜੇ ਮੈਂ ਕਿਸੇ ਦੇ ਹੱਥ ਦਾ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਖੌਰੇ ਮੇਰਾ ਜਿਹੜਾ ਧਰਮ ਕਰਮ ਆ ਉਹ ਨਸ਼ਟ ਨਾ ਹੋ ਜਾਵੇ, ਮੇਰਾ ਨੁਕਸਾਨ ਹੀ ਨਾ ਹੋ ਜਾਵੇ। ਜਿਵੇਂ ਤੁਹਾਨੂੰ ਯਾਦ ਹੋਵੇਗਾ, ਸਿੱਖ ਇਤਿਹਾਸ ਦੀ ਇੱਕ ਬੜੀ ਪਿਆਰੀ ਘਟਨਾ ਹੁੰਦੀ ਕਿ ਗੁਰੂ ਅਮਰਦਾਸ ਸਾਹਿਬ ਜਦੋਂ ਸਨਾਤਨ ਮੱਤ ਦੇ ਪੁਜਾਰੀ ਸਨ ਤਾਂ ਉਸ ਟਾਈਮ ਉਹਨਾਂ ਨੇ ਆਪਣੇ ਹੱਥੀਂ ਇੱਕ ਸਾਧੂ ਦੀ ਬੜੀ ਸੇਵਾ ਕੀਤੀ ਸੀ। ਉਸ ਸਾਧੂ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ, ਤਾਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਅਜੇ ਤੱਕ ਕੋਈ ਧਾਰਨ ਹੀ ਨਹੀਂ ਕੀਤਾ। ਤੇ ਉਹਨੇ ਬੜੇ ਅਪਸ਼ਬਦ ਬੋਲ ਕੇ ਕਿਹਾ ਸੀ ਕਿ ਮੈਂ ਇੱਕ ਨਿਗੁਰੇ ਦੇ ਹੱਥੋਂ ਪ੍ਰਸ਼ਾਦਾ ਛਕ ਲਿਆ ਹੈ, ਮੇਰਾ ਧਰਮ ਕਰਮ ਨਸ਼ਟ ਹੋ ਗਿਆ। ਬਹੁਤ ਸਾਰੀ ਬਿਰਤੀ ਵਾਲੇ ਐਸੇ ਇਨਸਾਨ ਨੇ ਅਪਰਸ, ਜੋ ਕਿਸੇ ਚੀਜ਼ ਨੂੰ ਨਾ ਪਰਸਣ, ਨਾ ਛੂਹਣ, ਡਰਨ ਕਿ ਕਿਸੇ ਦਾ ਹੱਥ ਪਰਸਣ ਨਾਲ, ਕਿਸੇ ਹੱਥੋਂ ਪ੍ਰਸ਼ਾਦਾ ਛਕਣ ਨਾਲ, ਕਿਸੇ ਦੇ ਹੱਥੀਂ ਤਿਆਰ ਕੀਤੀ ਚੀਜ਼ ਖਾਣ ਨਾਲ ਖੌਰੇ ਸਾਡਾ ਧਰਮ ਕਰਮ ਜਾਂ ਸਾਡੀ ਕੀਤੀ ਤਪੱਸਿਆ ਨਾਸ਼ ਹੋ ਜਾਏਗੀ। ਹੁਣ ਗੁਰੂ ਅਰਜਨ ਸਾਹਿਬ ਨੇ ਇਸ ਸ਼ਬਦ ਨੂੰ ਮਾੜਾ ਨਹੀਂ ਕਿਹਾ, ਲੇਕਿਨ ਇਸ ਸ਼ਬਦ ਦੀ ਵਿਆਖਿਆ ਬੜੀ ਕਮਾਲ ਦੇ ਵਿੱਚ ਕੀਤੀ ਹੈ ਗੁਰੂ ਅਰਜਨ ਸਾਹਿਬ ਨੇ। ਜਦੋਂ ਗੁਰੂ ਅਰਜਨ ਸਾਹਿਬ ਜੀ ਸ਼ਲੋਕ ਲਿਖਦੇ ਨੇ ਤੇ ਕਹਿੰਦੇ ਨੇ, ਔਰ ਧਾਰੈ ਜੋ ਅੰਤਰ ਨਾਮ। ਜਿਹੜਾ ਇਨਸਾਨ ਆਪਣੇ ਹਿਰਦੇ ਵਿੱਚ, ਉਰ ਦਾ ਮਤਲਬ ਹੁੰਦਾ ਹਿਰਦਾ, ਧਾਰੈ ਭਾਵ ਰੱਖਣਾ, ਧਾਰਨਾ, ਟਿਕਾਉਣਾ। ਜਿਹੜਾ ਮਨੁੱਖ
ਆਪਣੇ ਹਿਰਦੇ ਵਿੱਚ ਅੰਤਰ ਭਾਵ ਅੰਦਰ ਨਾਮ ਅਕਾਲ ਪੁਰਖ ਵਾਹਿਗੁਰੂ ਦੇ ਗੁਣ, ਜਿਹੜਾ ਇਨਸਾਨ ਆਪਣੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਟਿਕਾ ਕੇ ਰੱਖਦਾ ਹੈ, ਉਹਦੇ ਹੁਕਮ ਦੇ ਵਿੱਚ ਜ਼ਿੰਦਗੀ ਜਿਉਣ ਦੀ ਜਾਚ ਸਿੱਖ ਲੈਂਦਾ ਹੈ। ਸਰਬ ਮੈਂ ਪੇਖੈ ਭਗਵਾਨ, ਸਾਰਿਆਂ ਵਿੱਚ ਵੇਖਦਾ ਹੈ ਰੱਬ ਨੂੰ, ਪਰਮਾਤਮਾ ਨੂੰ ਸਾਰਿਆਂ ਵਿੱਚ ਵੇਖਦਾ ਹੈ। ਹੁਣ ਇਹ ਦ੍ਰਿਸ਼ਟੀ ਜਿਹੜੀ ਹੈ ਇਹ ਬਣ ਜਾਣੀ ਬੜੀ ਔਖੀ ਹੈ ਵੀ ਸਾਰਿਆਂ ਵਿੱਚ ਰੱਬ ਨੂੰ ਵੇਖਣਾ। ਸਾਡਾ ਜਿਹੜਾ ਲੋਕਾਂ ਦਾ ਸੁਭਾਅ ਹੈ ਉਹ ਇਹ ਹੈ ਵੀ ਸਾਰਿਆਂ ਵਿੱਚ ਔਗਣਾਂ ਨੂੰ ਵੇਖਣਾ। ਅਸੀਂ ਸਭਨਾਂ ਦੇ ਵਿੱਚ ਔਗਣ ਦੇਖਦੇ ਹਾਂ, ਗੁਣ ਨਹੀਂ। ਕਿਉਂਕਿ ਜਦੋਂ ਸਾਨੂੰ ਗੁਣ ਦਿਸਣੇ ਸ਼ੁਰੂ ਹੋ ਗਏ, ਸਮਝ ਲਿਓ ਰੱਬ ਦਿਸਣਾ ਸ਼ੁਰੂ ਹੋ ਗਿਆ। ਤੇ ਜਿਸ ਦਿਨ ਇਹ ਆਦਤ ਬਣ ਗਈ, ਇਹ ਸੁਭਾਅ ਬਣ ਗਿਆ, ਉਸ ਦਿਨ ਅਸੀਂ ਪਾਕ ਪਵਿੱਤਰ ਜੀਣ ਵਾਲੇ ਤੇ ਸਹੀ ਇਨਸਾਨ ਬਣ ਜਾਵਾਂਗੇ। ਪਰ ਇਹ ਚੀਜ਼ ਬਣਨੀ ਇੰਨੀ ਸੌਖੀ ਨਹੀਂ ਹੈ ਪਿਆਰਿਓ, ਬਹੁਤ ਔਖੀ ਹੈ। ਕਿਉਂਕਿ ਇਹ ਚੀਜ਼ ਆਉਂਦੀ ਨਹੀਂ ਹੈ ਜੀਵਨ ਦੇ ਵਿੱਚ। ਇਹ ਜਦੋਂ ਆਉਂਦੀ ਹੈ ਨਾ, ਫਿਰ ਐਸੀ ਰੰਗਤ ਲੈ ਕੇ ਆਉਂਦੀ ਹੈ ਕਿ ਜੀਵਨ ਜਿਹੜਾ ਨਾ ਉਹ ਬਦਲ ਜਾਂਦਾ। ਫਿਰ ਇਨਸਾਨ ਕੁਦਰਤ ਦੇ ਜਰੇ ਜਰੇ ਵਿੱਚੋਂ ਉਹਨੂੰ ਵੇਖਦਾ, ਜੀਵਨ ਬਦਲ ਜਾਂਦਾ, ਜੀਵਨ ਦੀ ਧਾਰਾ ਹੀ ਬਦਲ ਜਾਂਦੀ ਹੈ ਇਨਸਾਨ ਦੀ। ਔਰ ਮੈਂ ਇਸੇ ਲਈ ਕਈ ਵਾਰ ਕਿਹਾ ਕਰਦਾ ਪਿਆਰਿਓ, ਆਹ ਜੀਵਨ ਕੇਵਲ ਇੱਕ ਵਾਰ ਮਿਲਿਆ, ਦੂਸਰੀ ਵਾਰ ਨਹੀਂ ਮਿਲਣਾ। ਬਾਬਾ ਸਾਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਆਖਿਆ ਨਾ, ਜੇ ਜਾਣਾ ਮਰ ਜਾਈਏ। ਜਦੋਂ ਸਮਝ ਹੈ ਸਾਨੂੰ ਵੀ ਮਰ ਜਾਣਾ ਆਪਾਂ, ਘੁੰਮ ਨਾ ਆਈਏ, ਦੁਬਾਰਾ ਦੁਨੀਆ ਵਿੱਚ ਨਹੀਂ ਆਉਣਾ ਅਸੀਂ। ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਵੰਝਾਈਏ। ਝੂਠੇ ਸੰਸਾਰ ਦੇ ਪਿੱਛੇ ਤੁਰ ਕੇ ਆਪਣਾ ਜੀਵਨ ਖਰਾਬ ਨਹੀਂ ਕਰਨਾ ਚਾਹੀਦਾ, ਆਪਣੇ ਜੀਵਨ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਇਸ ਦੁਨੀਆ ਦੇ ਪਿੱਛੇ ਲੱਗ ਕੇ। ਹੁਣ ਭਾਈ ਗੁਰਦਾਸ ਸਾਹਿਬ ਦਾ ਇੱਕ ਕਵਿਤ ਹੈ ਬੜਾ ਪਿਆਰਾ, ਜਿਹਦੇ ਵਿੱਚ ਉਹ ਕਹਿੰਦੇ ਨੇ, ਜੈਸੇ ਘਰ ਲਾਗੈ ਆਗ ਜਾਗ ਕੂਆਂ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਕਿਸੇ ਦੇ ਘਰ ਨੂੰ ਲੱਗੀ ਹੋਵੇ ਅੱਗ, ਉਹਨੇ ਪਹਿਲਾਂ ਹੀ ਇਸਤੇਮਾਲ ਨਾ ਕੀਤਾ ਹੋਵੇ, ਪਹਿਲਾਂ ਹੀ ਉਹਨੇ ਖਿਆਲ ਨਾ ਰੱਖਿਆ ਹੋਵੇ ਆਪਣੇ ਘਰ ਦੀ ਅੱਗ ਬੁਝਾਉਣ ਦੇ ਲਈ, ਇੰਤਜ਼ਾਮ ਕੋਈ ਰੱਖਿਆ ਹੀ ਨਾ ਹੋਵੇ, ਫਿਰ ਉਹ ਸੋਚੇ ਵੀ ਮੈਂ ਖੂਹ ਪੁੱਟ ਕੇ, ਪੁਰਾਣੀ ਗੱਲ ਹੈ, ਖੂਹ ਪੁੱਟ ਕੇ ਪਾਣੀ ਕੱਢ ਕੇ ਤੇ ਆਪਣੇ ਘਰ ਦੀ ਅੱਗ ਬੁਝਾ ਲਵਾਂ। ਹੋਏਗਾ ਕੀ ਕਿ ਘਰ ਸੜ ਸੁੜ ਜਾਣਾ, ਅੱਗ ਨਹੀਂ ਬੁਝਣੀ। ਜਦੋਂ ਤੱਕ ਕਦੋਂ ਖੂਹ ਪੁੱਟੋਗੇ ਦੱਸੋ? ਇਹ ਸਾਨੂੰ ਸਮਝਾਉਣ ਦੇ ਲਈ ਹੈ ਕਿ ਘਰ ਨੂੰ ਅੱਗ ਲੱਗੇ ਉਹਦੇ ਤੋਂ ਪਹਿਲਾਂ ਇੰਤਜ਼ਾਮ ਕਰੋ। ਤੁਹਾਡਾ ਘਰ ਖੇਰੂ ਖੇਰੂ ਕੋਈ ਆ ਕੇ ਕਰ ਦੇ, ਤੁਹਾਡੇ ਘਰ ਵਿੱਚ ਚੰਗੇ ਭਲੇ ਘਰ ਵਿੱਚ ਕੋਈ ਆ ਕੇ ਬਾਹਰੋਂ ਅੱਗ ਲਗਾ ਦੇ, ਉਹ ਤੋਂ ਪਹਿਲਾਂ ਇੰਤਜ਼ਾਮ ਕਰਕੇ ਰੱਖੋ ਉਸ ਅੱਗ ਨੂੰ ਬੁਝਾਉਣ ਦਾ। ਇਹ ਲਿਆਕਤ ਸਾਡੇ ਪੁਰਾਣੇ ਬਜ਼ੁਰਗਾਂ ਵਿੱਚ ਹੁੰਦੀ ਸੀ, ਘਰਾਂ ਨੂੰ ਟੁੱਟਣ ਨਹੀਂ ਸੀ ਦਿੰਦੇ ਹੁੰਦੇ, ਉਹ ਸਾਂਭ ਕੇ ਰੱਖਦੇ ਸੀ। ਪਰ ਘਰ ਉਦੋਂ ਟੁੱਟਦੇ ਨੇ ਜਦੋਂ ਕੋਈ ਵੀ ਇੱਕ ਵੀ ਜੀ ਗਲਤ ਵੜ ਗਿਆ ਸਾਡੇ ਘਰ ਵਿੱਚ, ਖਤਮ, ਘਰ ਟੁੱਟ ਜਾਣਾ। ਪਰ ਬਜ਼ੁਰਗਾਂ ਦਾ ਹੌਸਲਾ ਬੁਲੰਦ ਹੁੰਦਾ ਸੀ, ਉਹ ਚਾਹੁੰਦੇ ਹੁੰਦੇ ਸੀ ਵੀ ਜੋੜ ਕੇ ਰੱਖੋ, ਜੋੜ ਕੇ ਰੱਖੋ, ਟੁੱਟਣ ਨਾ ਦਿਓ। ਇਹ ਤੋਂ ਪਹਿਲਾਂ ਕਿ ਤੁਹਾਡੇ ਘਰ ਨੂੰ ਅੱਗ ਲੱਗ ਜਾਏ ਤੇ ਬਾਅਦ ਵਿੱਚ ਬੁੱਝੇ ਹੀ ਨਾ, ਪਹਿਲਾਂ ਇੰਤਜ਼ਾਮ ਕਰਕੇ ਰੱਖੋ ਵੀ ਘਰ ਨੂੰ ਪਹਿਲਾਂ ਤਾਂ ਅੱਗ ਲੱਗਣ ਨਹੀਂ ਨਾ ਦਿਓ, ਬਚਾ ਰੱਖੋ। ਤੇ ਜੇਕਰ ਕਿਤੇ ਲੱਗ ਜਾਏ ਤਾਂ ਪਾਣੀ ਦਾ ਪਹਿਲਾਂ ਹੀ ਜਿਹੜਾ ਇੰਤਜ਼ਾਮ ਕਰਕੇ ਰੱਖੋ, ਭਾਵ ਕਿ ਸਿਆਣਪ ਦਾ ਸਹਾਰਾ ਲਓ, ਗੁਰੂ ਦੀ ਸੋਝੀ ਲਓ, ਤਾਂ ਕਿ ਸਾਡਾ ਘਰ ਬਚਿਆ ਰਹੇ, ਇਹਦੇ 'ਚ ਅੱਗ ਨਾ ਲੱਗੇ। ਇਹ ਨਹੀਂ ਵੀ ਕਿਸੇ ਦਾ ਮੂੰਹ ਦੱਖਣ ਨੂੰ, ਪੱਛਮ ਨੂੰ, ਉੱਤਰ ਨੂੰ ਹੋਵੇ, ਸਾਰੇ ਆਪੋ ਆਪਣੀ ਜ਼ਿੰਦਗੀ ਜਿਉਂਦੇ ਰਹਿਣ, ਆਪਣੇ ਤਰੀਕੇ ਦੇ ਨਾਲ ਮੂੰਹ ਵੱਟ ਕੇ ਤੁਰੇ ਫਿਰਨ, ਨਹੀਂ, ਬਸ ਬੱਝੇ ਰਹਿਣ ਆਪਸ ਵਿੱਚ। ਇਹ ਚੀਜ਼ ਨੋਟ ਕਰਿਓ। ਜੈਸੇ ਘਰ ਲਾਗੇ ਆਗ ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਫਿਰ ਪਛਤਾਵਾ ਪੱਲੇ ਪੈਂਦਾ, ਘਰ ਸੜ ਜਾਂਦਾ। ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਥਾ ਉਦਮ ਜਾਤ ਪਦਵੀ ਨਾ ਪਾਈਏ। ਹੁਣ ਜੰਗ ਲੱਗੀ ਹੋਵੇ, ਕੋਈ ਮੇਰੇ ਵਰਗਾ ਅਨਾੜੀ ਜਾ ਕੇ ਆਖੇ ਵੀ ਤਲਵਾਰ ਤਾਂ ਮੈਨੂੰ ਚਲਾਉਣੀ ਨਹੀਂ ਆਉਂਦੀ, ਪਰ ਮੈਂ ਪਹਿਲਾਂ ਯੁੱਧ ਵਿਦਿਆ ਸਿੱਖ ਕੇ, ਹੁਣੇ ਹੀ ਯੁੱਧ ਵਿਦਿਆ ਸਿੱਖ ਕੇ ਤਲਵਾਰ ਚਲਾ ਕੇ ਆਹੂ ਲਾ ਦੇਵਾਂ, ਇੱਦਾਂ ਨਹੀਂ ਹੋਣਾ। ਅਗਲੇ ਕਿਸੇ ਹੋਰ ਨੇ ਆਹੂ ਜਾ ਲਾਉਣੇ ਨੇ। ਇੰਤਜ਼ਾਮ ਪਹਿਲਾਂ ਕਰਕੇ ਰੱਖੋ।
ਇੱਦਾਂ ਸਾਡੀ ਕੌਮ ਵਿੱਚ ਵੀ ਹੋ ਰਿਹਾ, ਸਾਡੇ ਘਰਾਂ ਵਿੱਚ ਵੀ ਐਸਾ ਹੀ ਹੋ ਰਿਹਾ। ਆਪਾਂ ਪਹਿਲਾਂ ਇੰਤਜ਼ਾਮ ਹੀ ਨਹੀਂ ਕਰਦੇ, ਜਦੋਂ ਕਹਾਣੀ ਖਤਮ ਹੋਣ 'ਤੇ ਆਉਂਦੀ ਫਿਰ ਆਪਾਂ ਰੋਂਦੇ ਹਾਂ। ਹੁਣ ਭਾਈ ਗੁਰਦਾਸ ਸਾਹਿਬ ਨੇ ਇਹ ਗੱਲਾਂ ਲਿਖ ਕੇ ਸਾਡੇ ਪੱਲੇ ਪਾਈਆਂ ਨੇ ਵੀ ਪਿਆਰਿਆ ਇੰਤਜ਼ਾਮ ਕਰਕੇ ਪਹਿਲਾਂ ਰੱਖ। ਫਿਰ ਭਾਈ ਗੁਰਦਾਸ ਸਾਹਿਬ ਜੀ ਤੀਸਰੀ ਜਦੋਂ ਐਗਜ਼ਾਮਪਲ ਦਿੰਦੇ ਨੇ ਤੇ ਉਹ ਬੜੀ ਪਿਆਰੀ ਦਿੰਦੇ ਨੇ। ਕਹਿੰਦੇ ਜਿਵੇਂ ਕੁਝ ਯਾਰ ਦੋਸਤ ਮਿੱਤਰ ਹੋਣ, ਆਪਣੇ ਸਫ਼ਰ ਲਈ ਚੱਲੇ ਹੋਣ, ਰਸਤੇ ਵਿੱਚ ਕਿਤੇ ਇੱਕ ਜਗ੍ਹਾ 'ਤੇ ਰਾਤ ਰੁਕੇ ਹੋਣ ਅਤੇ ਸਵੇਰੇ ਉੱਠ ਕੇ ਸਾਰੇ ਚਲੇ ਜਾਣ ਅਤੇ ਇੱਕ ਜਿਹੜਾ ਉੱਥੇ ਸੁੱਤਾ ਰਵੇ। ਜਦੋਂ ਤੱਕ ਉਹ ਉੱਠੇ ਉਦੋਂ ਤੱਕ ਸੂਰਜ ਅੱਧੇ ਅਸਮਾਨ 'ਤੇ ਚੜ੍ਹਿਆ ਹੋਵੇ ਅਤੇ ਸੋਚੇ ਹੋਣੇ ਭੱਜ ਕੇ ਉਹਨਾਂ ਨੂੰ ਜਾ ਕੇ ਮਿਲ ਲਵਾਂ। ਕਹਿੰਦੇ ਐਸਾ ਨਹੀਂ ਹੋ ਸਕਦਾ, ਪਛਤਾਵਾ ਹੀ ਪੱਲੇ ਪੈਂਦਾ। ਅਖੀਰ 'ਚ ਇੱਕ ਜਿਹੜੀ ਕਮਾਲ ਦੀ ਗੱਲ ਉਹ ਲਿਖਦੇ ਨੇ, ਕਹਿੰਦੇ ਨੇ ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ ਅੰਤਕਾਲ ਕੈਸੇ ਹਰ ਨਾਮ ਲਿਵ ਲਾਈਏ। ਇੱਦਾਂ ਹੀ ਅਸੀਂ ਮਾੜਿਆਂ ਕੰਮਾਂ ਵਿੱਚ ਪੈ ਕੇ ਇਕੱਲੇ ਧੰਦਿਆਂ ਤੱਕ ਸੀਮਤ ਹੋ ਕੇ ਵਕਾਰਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਹਾਂ। ਪਰ ਜਦੋਂ ਅੰਤ ਸਮਾਂ ਆਉਂਦਾ ਫਿਰ ਆਪਾਂ ਕਹਿੰਦੇ ਵੀ ਅਸੀਂ ਕੋਈ ਚੰਗਾ ਕੰਮ ਕਰਕੇ ਤੇ ਜੀਵਨ ਸਫਲ ਕਰ ਲਈਏ, ਫਿਰ ਗੱਲ ਨਹੀਂ ਬਣਦੀ ਪਿਆਰਿਓ। ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖੋ ਲਾਈਫ ਦਾ, ਜ਼ਿੰਦਗੀ ਦਾ, ਤਾਂ ਕਿ ਸਾਡੀ ਜ਼ਿੰਦਗੀ ਵਧੀਆ ਲੈ ਦੇ ਵਿੱਚ ਤੁਰੇ, ਵਧੀਆ ਤਰੀਕੇ ਨਾਲ ਚੱਲੀ ਜਾਵੇ ਤੇ ਜੀਵਨ ਸੁਹੇਲਾ ਹੀ ਬਣਿਆ ਰਹੇ। ਇਹ ਤਾਂ ਸਤਿਗੁਰੂ ਨੇ ਕਿਰਪਾ ਕਰਨੀ ਆ, ਪਰ ਕਦਮ ਤੁਹਾਨੂੰ ਪੁੱਟਣਾ ਪੈਣਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸਾਰਿਆਂ ਵਿੱਚ ਰੱਬ ਨੂੰ ਵੇਖਣ ਵਾਲੀ ਦ੍ਰਿਸ਼ਟੀ ਜਦੋਂ ਆ ਗਈ ਨਾ, ਵੇਖਿਓ ਜੀਵਨ ਵਿੱਚ ਕਿੱਦਾਂ ਆਨੰਦ ਆਉਂਦਾ, ਜੀਵਨ ਕਿੱਦਾਂ ਖਿੜਦਾ। ਨਿਮਕ ਨਿਮਕ ਠਾਕੁਰ ਨਮਸਕਾਰ ਹੈ, ਜਿਹੜਾ ਹਰ ਵਕਤ ਆਪਣੇ ਪਿਆਰੇ ਨੂੰ ਪ੍ਰਮਾਤਮਾ ਨੂੰ ਨਮਸਕਾਰ ਕਰੇ, ਭਾਵ ਉਹਦੇ ਸਾਹਮਣੇ ਝੁਕਿਆ ਰਹੇ, ਆਕੜੇ ਨਾ, ਰੱਬ ਦੇ ਸਾਹਮਣੇ ਆਕੜੇ ਨਾ, ਝੁਕਿਆ ਰਵੇ, ਉਹਦੇ ਹੁਕਮ ਨੂੰ ਹੁਕਮ ਮੰਨ ਕੇ ਚੱਲੇ। ਨਾਨਕ ਹੈ ਨਾਨਕ ਉਹ ਅਪਰਸ ਉਹ ਇਨਸਾਨ ਅਸਲ ਵਿੱਚ ਅਪਰਸ ਹੈ। ਸਗਲ ਨਿਸਤਾਰ ਹੈ, ਜਿੱਥੇ ਆਪ ਤਰਦਾ ਦੂਜਿਆਂ ਨੂੰ ਵੀ ਤਾਰ ਲੈਂਦਾ। ਇਕੱਲੇ ਕਰਮ ਕਾਂਡੀ ਜੀਵਨ ਨਹੀਂ ਜਿਉਣਾ, ਇਕੱਲੇ ਵਹਿਮਾਂ ਦੇ ਵਿੱਚ ਜੀਵਨ ਨਹੀਂ ਜਿਉਣਾ। ਸਤਿਗੁਰੂ ਕਹਿੰਦੇ ਮੈਂ ਸਿਰਫ ਇੰਨਾ ਕਹਿਣਾ, ਅਪਰਸ ਹੁੰਦਾ ਕੌਣ ਹੈ? ਅਪਰਸ ਕੁਝ ਸਾਧੂ ਨੇ ਜਿਨ੍ਹਾਂ ਦੀ ਪ੍ਰਪਾਟੀ ਚੱਲਦੀ ਹੈ। ਸਾਧੂ ਉਹ ਅਸਲ ਮਾਇਨੇ 'ਚ ਅਪਰਸ ਸਾਧੂ ਹੈ ਜਿਹੜਾ ਇਹਨਾਂ ਗੁਣਾਂ ਦਾ ਧਾਰਨੀ ਹੈ, ਜੋ ਸਤਿਗੁਰੂ ਅੱਗੇ ਕਹਿੰਦੇ ਨੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਕਿਹਨੂੰ ਕਹਿੰਦੇ ਨੇ ਅਸਲ ਅਪਰਸ ਸਾਧੂ? ਪੜ੍ਹਿਓ ਜੀ, ਮਿਥਿਆ ਝੂਠ, ਨਾਹੀ ਰਸਨਾ ਪਰਸ, ਜਿਹੜਾ ਝੂਠ ਨੂੰ ਆਪਣੀ ਜ਼ੁਬਾਨ ਨਾਲ ਨਾ ਛੂਹਣ ਦੇਵੇ। ਪਿਆਰਿਓ ਸਾਡੀ ਰਸਨਾ ਝੂਠ ਤੱਕ ਸੀਮਤ ਹੋ ਗਈ, ਸੱਚ ਬੋਲਦੀ ਕਿੱਥੇ ਹੈ? ਅਸੀਂ ਤਾਂ ਝੂਠ ਬੋਲਦੇ ਹਾਂ, ਝੂਠ ਖਾਂਦੇ ਹਾਂ, ਝੂਠ ਪੀਂਦੇ ਹਾਂ, ਝੂਠ ਦੇ ਸਹਾਰੇ ਜਿਉਂਦੇ ਹਾਂ, ਜ਼ਿੰਦਗੀ ਝੂਠ ਬਣੀ ਪਈ ਹੈ। ਪਰ ਅਪਰਸ ਸਾਧੂ ਹੈ ਜਿਹੜਾ ਇਨਸਾਨ ਆਪਣੀ ਜ਼ੁਬਾਨ ਨੂੰ, ਆਪਣੀ ਰਸਨਾ ਨੂੰ ਝੂਠ ਛੂਹਣ ਹੀ ਨਾ ਦੇਵੇ, ਸੱਚ ਨਾਲ ਉਹਦੀ ਜ਼ੁਬਾਨ ਜੁੜੀ ਰਹੇ। ਜਿਵੇਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਨਾ, ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ, ਤੇਰੀ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੇ ਹੈ। ਹੁਣ ਵੇਖੋ ਜਿਹੜੀ ਰਸਨਾ, ਜਿਹੜੀ ਜ਼ੁਬਾਨ ਜਦੋਂ ਝੂਠ ਨੂੰ ਖਾਏਗੀ, ਝੂਠ ਨੂੰ ਪੀਏਗੀ, ਝੂਠ ਬੋਲੇਗੀ, ਝੂਠ ਸਹੇਗੀ, ਫਿਰ ਕਿੱਥੇ ਉਹਦਾ ਪਾਰ ਉਤਾਰਾ ਹੋਣਾ? ਅਸੀਂ ਝੂਠ ਤੱਕ ਸੀਮਤ ਹਾਂ। ਸੱਚ ਬੋਲਣ ਦੀ ਆਦਤ ਪਾਓ, ਸੱਚ ਵੱਲ ਜੁੜੋ। ਗੁਰੂ ਗ੍ਰੰਥ ਸਾਹਿਬ ਮਹਾਨ ਸੱਚ ਹੈ, ਇਹਨੂੰ ਪੜ੍ਹੋ, ਸਮਝੋ, ਵਿਚਾਰੋ, ਜੀਵਨ ਵਿੱਚ ਧਾਰੋ। ਹੁਣ ਸਤਿਗੁਰ ਕਹਿੰਦੇ ਅਸਲ ਅਪਰਸ ਸਾਧੂ ਕੌਣ ਹੈ? ਜਿਹੜਾ ਆਪਣੀ ਰਸਨਾ ਉੱਤੇ ਝੂਠ ਨੂੰ ਟਿਕਣ ਨਾ ਦੇਵੇ। ਮਨ ਮੈਂ ਪ੍ਰੀਤ ਨਰਿੰਜਨ ਦਰਸ਼, ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਇਹ ਤਾਂਘ ਰੱਖੇ ਕਿ ਮਾਲਕਾ ਮੈਨੂੰ ਤੇਰਾ ਦਰਸ਼ਨ ਹੋਵੇ, ਭਾਵ ਉਹਦੀ ਤਾਂਘ ਕਦੇ ਖਤਮ ਨਾ ਹੋਵੇ, ਉਹਦੀ ਪਿਆਸ ਕਦੇ ਖਤਮ ਨਾ ਹੋਵੇ। ਪਰਮਾਤਮਾ ਦੇ ਦਰਸ਼ਨਾਂ ਦੇ ਪ੍ਰਤੀ ਰਾਤ ਦਿਨ ਵਿਲਕਦਾ ਰਵੇ। ਵੇਖੋ ਜਿਵੇਂ ਸਤਿਗੁਰੂ ਨੇ ਪਪੀਏ ਦਾ ਜ਼ਿਕਰ ਕੀਤਾ ਆਪਣੀ ਪਾਵਨ ਬਾਣੀ ਵਿੱਚ, ਗੁਰਬਾਣੀ ਵਿੱਚ ਆਉਂਦਾ ਨਾ ਸ਼ਬਦ, ਬੜਾ ਫੇਮਸ ਸ਼ਬਦ ਹੋਇਆ, ਜਦੋਂ ਬਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ, ਮਿਘੈ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ। ਬਬੀਹਾ ਕੌਣ ਹੈ? ਗੁਰਸਿੱਖ। ਜਿਵੇਂ ਬਬੀਹਾ ਤਰਸਦਾ ਰਹਿੰਦਾ, ਬਬੀਹਾ ਭਾਵ ਪਪੀਹਾ ਤਰਸਦਾ ਰਹਿੰਦਾ ਵੀ ਸਵਾਂਤੀ ਬੂੰਦ ਮੇਰੇ ਮੂੰਹ 'ਚ ਪਵੇ। ਵਿਚਾਰੇ ਦੀ ਤਾਂ ਜਾ ਕੇ ਪਿਆਸ ਬੁੱਝਦੀ ਹੈ, ਨਹੀਂ ਤਾਂ ਗੱਲ ਹੀ ਨਹੀਂ ਬਣਦੀ। ਰੱਬ ਨੇ ਉਹਦਾ ਚੋਂਝੀ ਇੱਦਾਂ ਦੀ ਬਣਾਈ, ਉਹਦੀ ਸਵਾਂਤ ਬੂੰਦ ਉੱਪਰੋਂ ਪੈਂਦੀ ਹੈ, ਫਿਰ ਜਾ ਕੇ ਉਹਦੀ ਪਿਆਸ ਬੁੱਝਦੀ। ਬਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ। ਇੱਥੇ ਗੁਰਸਿੱਖ ਦੀ ਗੱਲ ਹੋਈ। ਗੁਰਸਿੱਖ ਬਬੀਹਾ ਬੋਲਦਾ ਹੈ, ਕੀ ਬੋਲਦਾ? ਪਿਆਰਿਆ ਮੈਨੂੰ ਤੇਰਾ ਦਰਸ਼ਨ ਚਾਹੀਦਾ। ਤਾਂ ਦਰ ਸੁਣੀ ਪੁਕਾਰ, ਰੱਬ ਦੇ ਘਰ 'ਚ ਉਹਦੀ ਪੁਕਾਰ ਸੁਣੀ ਜਾਂਦੀ ਹੈ। ਮੇਘਿਆਂ ਨੂੰ ਫਰਮਾਨ ਹੋ, ਮੇਘੇ ਕੌਣ ਹੈ? ਬੱਦਲ, ਬੱਦਲ ਭਾਵ ਗੁਰੂ।
ਫਿਰ ਗੁਰੂ ਨੂੰ ਫਰਮਾਨ ਹੁੰਦਾ ਅਕਾਲ ਪੁਰਖ ਦਾ, ਵਰਸੋ ਕਿਰਪਾ ਧਾਰ, ਕਿ ਸਤਿਗੁਰੂ ਤੂੰ ਉਸ ਸਿੱਖ ਦੇ ਉੱਤੇ ਹੁਣ ਕਿਰਪਾ ਕਰ ਦੇ, ਉਸ ਸਿੱਖ ਦੀ ਤਪੱਸਿਆ ਪੂਰੀ ਹੋ ਗਈ, ਉਹਦੀ ਘਾਲਣਾ ਸੰਪੂਰਨ ਹੋ ਗਈ, ਉਹਦੇ ਪ੍ਰਤੀ ਹੁਣ ਝੁਕਾਅ ਰੱਖ। ਫਿਰ ਸਤਿਗੁਰੂ ਬਾਂਹ ਫੜਦਾ, ਘੁੱਟ ਕੇ ਜੀਵਨ ਸੁਹੇਲਾ ਬਣਾਉਂਦਾ, ਬਦਲਦਾ। ਇਸ ਲਈ ਮੈਂ ਕਈ ਵਾਰ ਕਹਿੰਦਾ ਨਾ, ਪਹਿਲੀ ਕਿਰਪਾ ਖੁਦ ਤੇ ਕਰੋ, ਦੂਸਰੀ ਗੁਰੂ ਕਰਦਾ ਤੇ ਤੀਸਰੀ ਮਾਲਕ ਕਰਦਾ। ਅਸੀਂ ਤੁਰਨ ਨੂੰ ਹੀ ਤਿਆਰ ਨਹੀਂ ਹੈ, ਫਿਰ ਆਪਾਂ ਕਹਿੰਦੇ ਸਾਡੇ ਪੱਲੇ ਕੱਖ ਨਹੀਂ ਪੈ ਰਿਹਾ। ਕਈ ਵਾਰ ਆਪਾਂ ਕਹਿੰਦੇ ਅਰਦਾਸਾਂ ਕਬੂਲ ਨਹੀਂ ਹੁੰਦੀਆਂ, ਆਪਾਂ ਕਰਦੇ ਨਹੀਂ ਸਹੀ ਤਰ੍ਹਾਂ। ਜੇ ਕਰਾਂਗੇ ਤੇ ਫਿਰ ਜਿਹੜੀ ਹੈ ਉਹ ਗੱਲ ਬਣਨੀ ਹੈ, ਤੇ ਜੀਵਨ ਜਿਹੜਾ ਨਾ ਪਿਆਰਿਓ ਫਿਰ ਜਾ ਕੇ ਸੁਹੇਲਾ ਬਣਨਾ। ਅੱਗੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੀ, ਪਰ ਤ੍ਰੈ ਰੂਪ ਨਾ ਪੇਖੈ ਨੇਤਰ। ਹੁਣ ਜਿਹੜੀ ਅਗਲੀ ਗੱਲ ਹੈ, ਅਪਰਸ ਸਾਧੂ ਦੇ ਜੀਵਨ ਵਿੱਚ ਕਮਾਲ ਦੀ ਗੱਲ, ਪਰ ਤ੍ਰੈ, ਤ੍ਰੈ ਭਾਵ ਔਰਤ, ਪਰ ਪਰਾਈ, ਤ੍ਰੈ ਔਰਤ, ਰੂਪ ਉਹਦੀ ਸੁੰਦਰਤਾ, ਉਹਦਾ ਜਿਸਮ, ਨਾ ਪੇਖੈ ਨਾ ਵੇਖੇ, ਨੇਤਰ ਅੱਖਾਂ ਨਾਲ। ਹੁਣ ਅੱਖਾਂ ਵੇਖਣ ਨੂੰ ਹੀ ਹੈ, ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਵੀ ਆਖਿਆ ਗਿਆ। ਅੱਖਾਂ ਨਾਲ ਕਿਸੇ ਦਾ ਰੂਪ ਵੇਖਣਾ ਗਲਤ ਨਹੀਂ, ਕਿਸੇ ਨੂੰ ਤੱਕਣਾ ਗਲਤ ਨਹੀਂ, ਪਰ ਅੱਖਾਂ ਦੇ ਅੰਦਰ ਵੇਖਣ ਦੀ ਦ੍ਰਿਸ਼ਟੀ ਗਲਤ ਹੈ। ਇਹ ਅੱਖਾਂ ਧੀਆਂ ਨੂੰ ਵੇਖਦੀਆਂ ਨੇ, ਮਾਵਾਂ ਨੂੰ ਵੇਖਦੀਆਂ ਨੇ, ਭੈਣਾਂ ਨੂੰ ਵੇਖਦੀਆਂ ਨੇ, ਹੋਰ ਲੋਕਾਂ ਨੂੰ ਵੇਖਦੀਆਂ ਨੇ, ਪਰ ਵੇਖਣ ਦਾ ਫਰਕ ਹੁੰਦਾ। ਸੋਚ ਗਲਤ ਹੋ ਜਾਂਦੀ ਕਈ ਵਾਰੀ, ਆਪਾਂ ਗਲਤ ਸੋਚ ਨਾਲ ਕਿਸੇ ਨੂੰ ਵੇਖਦੇ ਹਾਂ, ਜਦੋਂ ਉਹ ਚੀਜ਼ ਗਲਤ ਹੈ। ਅਪਰਸ ਸਾਧੂ ਕੌਣ? ਜਿਹੜਾ ਕਿਸੇ ਪਰਾਈ ਔਰਤ ਦੇ ਹੁਸਨ ਨੂੰ, ਉਹਦੇ ਸਰੀਰ ਨੂੰ ਗਲਤ ਨਿਗਾਹ ਨਾਲ ਨਾ ਤੱਕੇ, ਗਲਤ ਨਿਗਾਹ ਨਾਲ ਨਾ ਵੇਖੇ, ਕਿਸੇ ਨੂੰ ਵੇਖ ਕੇ ਉਹਦੇ ਅੰਦਰ ਕਾਮ ਵਾਸ਼ਨਾ ਪੈਦਾ ਨਾ ਹੋਵੇ, ਗਲਤ ਬਿਰਤੀ ਨਾ ਪੈਦਾ ਹੋਵੇ। ਪਿਆਰਿਓ, ਇਹ ਚੀਜ਼ ਜਿੱਦਣ ਸਾਡੇ ਸਮਾਜ ਵਿੱਚ ਬਣ ਗਈ, ਅੱਧਾ ਗੰਦ ਤਾਂ ਵੈਸੇ ਹੀ ਖਤਮ ਹੋ ਜਾਣਾ, ਅੱਧਾ ਗੰਦ ਵੈਸੇ ਹੀ ਖਤਮ ਹੋ ਜਾਣਾ। ਆ ਜਿਹੜੇ ਰੇਪ ਹੁੰਦੇ ਨੇ, ਬਲਾਤਕਾਰ ਹੁੰਦੇ ਨੇ ਛੋਟੀ ਛੋਟੀਆਂ ਬੱਚੀਆਂ ਨਾਲ, ਕੁੜੀਆਂ ਨਾਲ, ਇਹ ਵੈਸੇ ਹੀ ਖਤਮ ਹੋ ਜਾਣੇ, ਨਹੀਂ ਰਹਿਣੇ। ਫਿਰ ਪਹਿਲਾਂ ਗਲਤ ਕੰਮ ਕਰਦੇ ਹੋ, ਫਿਰ ਫਾਂਸੀਆਂ ਤੇ ਚੜ੍ਹਦੇ ਹੋ, ਲੋਕਾਂ ਦੇ ਕੋਲੋਂ ਕੁੱਟਾਂ ਖਾਂਦੇ ਹੋ, ਮੂੰਹ ਕਾਲੇ ਕਰਾਉਂਦੇ ਹੋ। ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ। ਜੇ ਜਿਉਣਾ ਤੇ ਇਦਾਂ ਦਾ ਜੀਵਨ ਜੀਓ, ਸਿੱਧਾ ਪੱਧਰਾ। ਹੁਣ ਸਤਿਗੁਰੂ ਕਹਿੰਦੇ ਨੇ ਸਾਧੂ ਤਾਂ ਬਣ ਗਿਆ, ਪਰ ਨਿਗਾਹ ਰਹੀ ਗਲਤ। ਪਰਾਈ ਔਰਤ ਨੂੰ ਵੇਖ ਕੇ ਮਨ ਜਿਹੜਾ ਉਹ ਤਰਸਦਾ ਰਹਿੰਦਾ, ਲਲਚਾਉਂਦਾ ਰਹਿੰਦਾ, ਨਿਗਾਹ ਰਹੀ ਗਲਤ। ਤੇ ਕੀ ਤੂੰ ਰੱਬ ਨੂੰ ਪ੍ਰਸੰਨ ਕਰੇਗਾ, ਤੂੰ ਖੁਸ਼ ਕਰੇਗਾ ਰੱਬ ਨੂੰ? ਰੱਬ ਇਦਾਂ ਨਹੀਂ ਖੁਸ਼ ਹੋਣਾ ਪਿਆਰਿਆ। ਆਪਣੇ ਅੰਦਰ ਦ੍ਰਿਸ਼ਟੀ ਵੀ ਰੱਖ, ਕੱਲਾ ਕਹਿਣਾ ਨਹੀਂ ਹੈ, ਰੱਖਣਾ, ਅੰਦਰ ਵੀ ਸੁਭਾਅ ਰੱਖਣਾ ਉੱਦਾਂ ਦਾ। ਇਸ ਲਈ ਭਾਈ ਗੁਰਦਾਸ ਸਾਹਿਬ ਨੇ ਜਦੋਂ ਆਪਣੀ ਰਚਨਾ ਵਿੱਚ ਸ਼ਬਦ ਵਰਤੇ ਤਾਂ ਉਹਨਾਂ ਨੇ ਕਿਹਾ ਕਿ ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਇਦਾਂ ਦਾ ਰਿਸ਼ਤਾ ਰੱਖ। ਫਿਰ ਰਹਿਤਨਾਮੇ ਵਿੱਚ ਵੀ ਆਖਿਆ ਗਿਆ, ਪਰ ਬੇਟੀ ਕੋ ਬੇਟੀ ਜਾਣੇ, ਪਰਾਈ ਬੇਟੀ ਨੂੰ ਬੇਟੀ ਜਾਣ, ਕਿਸੇ ਦੀ ਧੀ ਨੂੰ ਧੀ ਜਾਣ, ਪਰ ਇਸਤਰੀ ਕੋ ਮਾਤ ਬਖਾਨਾ। ਪਰਾਈ ਔਰਤ ਜਿਹੜੀ ਵੱਡੀ ਹੈ ਉਹਨੂੰ ਮਾਂ ਵਰਗੀ ਜਾਣ, ਛੋਟੀ ਹੈ ਉਹਨੂੰ ਧੀ ਵਰਗੀ ਜਾਣ। ਆਪਣੀ ਇਸਤਰੀ ਸੋ ਰਤ ਹੋਈ, ਰਹਿਤਵੰਤ ਗੁਰ ਕਾ ਸਿੱਖ ਸੋਈ। ਇਦਾਂ ਦਾ ਜੀਵਨ ਬਣ ਗਿਆ ਤਾਂ ਫਿਰ ਸੁਹੇਲਾ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਪਿਆਰਿਆ, ਜੇ ਤੂੰ ਸਾਧੂ ਹੈ ਤਾਂ ਇਹ ਵੀ ਆਪਣੇ ਅੰਦਰ ਸੋਚ ਪਾਲ ਕਿ ਆਪਣੇ ਸੁਭਾਅ ਨੂੰ, ਆਪਣੇ ਨੇਤਰਾਂ ਨੂੰ, ਅੱਖਾਂ ਨੂੰ ਗਲਤ ਪਾਸੇ ਵੱਲ ਨਹੀਂ ਲਾਉਣਾ। ਇੱਦਾਂ ਲੋਕ ਤੇਰਾ ਮਜ਼ਾਕ ਉਡਾਉਣਗੇ ਵੀ ਸਾਧੂ ਤਾਂ ਬਣਿਆ ਫਿਰਦਾ, ਪਰ ਜੀਵਨ ਅਜੇ ਵੀ ਗੰਦਾ। ਕਿੰਨੇ ਸਾਧੂ ਨੇ ਪਿਆਰਿਓ, ਆਪਾਂ ਦੇਖ ਰਹੇ ਨਾ, ਗੂਗਲ ਭਰੀ ਪਈ। ਟਕਵਾਂਜੀ ਨਹੀਂ ਕਰਨਾ, ਅਪਣਾਉਣਾ ਵੀ ਆਪਣੇ ਜੀਵਨ ਦੇ ਅੰਦਰ। ਸਾਧ ਕੀ ਟਹਿਲ ਸੰਤ ਸੰਗ ਹੇਤ। ਫਿਰ ਅਪਰਸ ਕੌਣ ਹੈ? ਸਾਧ ਕੀ ਟਹਿਲ ਸੰਤ ਸੰਗ ਹੇਤ, ਉਹਦਾ ਪਿਆਰ ਸੰਤ ਸੰਗ, ਗੁਰੂ ਦੀ ਸੰਗਤ ਨਾਲ, ਭਾਵ ਕਿ ਭਲੇ ਬੰਦਿਆਂ ਦੇ ਪ੍ਰਤੀ ਉਹਦਾ ਝੁਕਾਅ ਹੋਵੇ, ਭਲਿਆਂ ਦੀ ਸੰਗਤ ਵਿੱਚ ਬੈਠੇ। ਤੇ ਸਾਧ ਕੀ ਟਹਿਲ, ਗੁਰੂ ਦੀ ਸੇਵਾ, ਜਾਂ ਕਹਿ ਸਕਦੇ ਗੁਰੂ ਨਾਲ ਜੁੜੇ ਹੋਏ ਭਲੇ ਬੰਦਿਆਂ ਦੀ ਸੇਵਾ ਵਿੱਚ ਮਨ ਲੱਗੇ। ਸਿੱਧਾ ਸਪਸ਼ਟ ਇਹਦਾ ਅਰਥ ਹੈ ਕਿ ਅਪਰਸ ਉਹ ਇਨਸਾਨ ਹੈ ਜਿਹੜਾ ਭਲੇ ਪੁਰਸ਼ਾਂ ਦੀ ਸੰਗਤ ਕਰਦਾ, ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਦਾ, ਗੁਰੂ ਦੀ ਸੰਗਤ ਦੇ ਪ੍ਰਤੀ ਝੁਕਾਅ ਰੱਖਦਾ, ਇਮਾਨਦਾਰੀ ਵਾਲਾ ਜੀਵਨ ਜਿਉਂਦਾ, ਜਿੱਥੇ ਆਪਣੇ ਪਰਿਵਾਰ ਨੂੰ ਪਾਲਦਾ, ਉੱਥੇ ਨਾਲ ਦੀ ਨਾਲ ਸਮਾਜ ਲਈ ਵੀ ਕੁਝ ਚੰਗਾ ਕਰਨ ਦੀ ਤਬੀਅਤ ਰੱਖਦਾ ਹੈ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਹੁਣ ਕਮਾਲ ਕਰ ਦਿੱਤੀ, ਕੰਨਾਂ ਦੇ ਨਾਲ ਕਿਸੇ ਦੀ ਨਿੰਦਾ ਸੁਣੇ ਹੀ ਨਾ ਸੁਣੇ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਪਰ ਸਾਡਾ ਸੁਭਾਅ ਕੁਝ ਹੋਰ ਹੈ ਪਿਆਰਿਓ। ਅਸੀਂ ਕੰਨਾਂ ਦੇ ਨਾਲ ਦੂਜਿਆਂ ਦੀ ਨਿੰਦਾ ਸੁਣ ਕੇ ਬੜੇ ਪ੍ਰਸੰਨ ਹੁੰਦੇ, ਖੁਸ਼ ਹੁੰਦੇ ਹਾਂ, ਵਾਹ ਜੀ ਵਾਹ, ਉਹਨੂੰ ਅਗਲੇ ਨੇ ਮਾੜਾ ਕਹਿਤਾ
तो मैनू उन्हें चंगा कहता, हुण रात नूं नींद बड़ी वधिया आउणी, हुण रोटी जिहड़ी खाधी वो भी पच जानी। पर यह सुभाਅ गलत है, अशांति पैदा करता है सुभाਅ। जिन्नी तुसीं ये तबीयत पालोगे ना, सुभाਅ पालोगे अपना कि मैनू कोई चंगा कवे तो दूजे नूं माड़ा कवे तो मैं सुना, घंटे घंटे लगातार ये चीज़ चलती रहिंदी, बुराई करी जानी, बुराई करी जानी। बहुत सारे लोग दुनिया 'च उन्हों का इक्को सुभाਅ हुंदा, उन्होंने अवगुण ही देखने ने, फिर दूजे नूं कहना वो बंदा बड़ा माड़ा, बंदा बड़ा भैड़ा। ये सुभाਅ जिंदगी नूं अगांह लैके नहीं जांदा, ये सुभाਅ जिंदगी नूं रिवर्स गियर पा दिंदा, जिंदगी दा अगांह नहीं जांदा। सो कदे भुल के भी किसी दे कोल, उस बंदे दे कोल बैठो ही ना जिहड़ा बंदा किसी दी निंदा ही करी जांदा, किसी नूं माड़ा ही बोली जांदा, ओ माड़ा ओ माड़ा। पर एक चीज़ होर नोट करियो, सच बोलना निंदा नहीं हुंदी, झूठ नूं झूठ कहना, कंडे नूं कंडा कहना निंदा नहीं हुंदी। ये भी पल्ले बननी है गल। सतगुरु कहंदे ने जी अगे, सब ते जानै आपस को मंदा, उहदे विच ना निमरता होवे, अपने आप को बहुता सियाणा ना मन्ने, कवे मालिक जी मैं सब तो ही माड़ा, कबीर सब ते हम बुरे, हम तज भलो सब कोई, सारियां तो मैं माड़ा, मैनू छड़ के बाकी सारे चंगे ने। जिन्हें ऐसा कर बूझिया मीत हमारा सोए, मेरा मित्र बंदे योग ही होया जिहड़ा इदां दा सुभाਅ पालदा। इदां दी निमरता भी होवे जीवन विच, कि ये नहीं भी थोड़े जे गुण आ गए तो किसी ने कहता भी वाह वाह, तो आपां फुੱਲੇ ना समाईए, फिर आपां कहिए भी छड्ड दो दी छड्ड दो, असीं सारियां तो महान आ। फिर इदां नुकसान भी हुंदा, घरां दे घर पट्टे जांदे ने, कौमां विच भी लड़ाइयां झगड़ियां पैंदे ने। गुर प्रसाद विखिया पर हरै, गुरु की किरपा नूं अपने जीवन विच एक्सैप्ट करे। विखिया जहर, अवगुणा रूप जहर, बुराइयां रूप जहर, पर हरै उहनूं पछां हटावे, नेड़े ना लगन देवे अवगुणा नूं, बुराइयां नूं, क्योंकि वो जीवन नूं गंदला करदियां ने, माड़ा करदियां ने। अवगुण वैसे ही जीवन बर्बाद ही करते हैं, उन्होंने अवगुणों का काम ही होंदा जीवन नूं तबाह करना, तो अवगुण आउंदे भी ने प्यारे, उन्होंने हटाउणा ते उन्हां तो बचना, ये साडा काम है। जे बच गए तो सुहेले, नहीं बचे तो दुहेले। मन की वासना मन ते टरै, मन तो माया की वासना, भाव के अपने मन नूं ना वासना तो, गंदगी तो, बुराई तो होड़ के रखे, बचा के रखे, ते गुरु का आसरा रखे। क्योंकि बुराई बहुत हैवी होंदी, जिन्ने मर्जी दरवाजे बंद कर लो आ ही जाती, किसी ना किसी तरीके नाल आ ही जाती अंदर बुराई। पर बुराई तो बचना बहुत औखा, बुराई का टाकरा करना तो सानू गुरमत सीखनी पैनी है, बुराई का टाकरा करना तो गुरु के आखे तुरना पैना, फिर जाके बुराई तो बचते हैं। नहीं तो सानू कई बार ना पता ही नहीं होंदा, आपां नितनेम कर रहे हैं, बाणी पढ़ रहे हैं, बुराई अंदर अचनचेती पैदा हो जाती। पाठ कर रहे हैं, बाणी पढ़ रहे हैं, कथा कर रहे हैं, गुरु की संगत कर रहे हैं, पता नहीं कदों बुराई पैदा हो जानी अंदर। वो बुराई खत्म कर दी, जिवें किसी भांडे नूं जंगाल लग जाए, जे साफ ना किया जाए समय सिर तो वह भांडा खराब नहीं हो जाता, जंगाल क्योंकि खा जाता उस भांडे नूं। इदां ही बुराई है, जे समय सिर कूचा मार के साफ ना किया तो उन्हें खा जाना, अंदर नूं तबाह कर देना। अगे सतगुर कहते हैं जी, इंद्री जित पंच दोख ते रहत, जेड़े इंसान की इंद्री भाव जेड़े इंसान के ज्ञान इंद्रे पंच दोख पंज विकार, काम क्रोध लोभ मोह ते हंकार, इन्हां तो बचे रहिंदे, भाव इन्हां दे प्रभाव तो बचे रहिंदे ने, इन्हां दा माड़ा प्रभाव नहीं कबूलदे। बाकी इन्हां दी वरतों सही तरीके नाल वो इंसान करन योग होवे। जेकर वो इंसान देखो, काम भी चंगा है, क्रोध भी चंगा, लोभ भी मोह भी ते हंकार भी, पर इन्हां दी दुरवरतों नहीं करनी, वरतों करनी। जिहड़ा इंसान इन्हां दी कुवरतों नहीं, दुरवरतों नहीं, सुवरतों करदा है, सतगुरु कहते नानक कोट मध्य को ऐसा अपरस, करोड़ां विचों कोई ऐसा एक अद्धा इंसान हुंदा जिहड़ा इदां दा हुंदा, ते उही अपरस साधु हुंदा। ते जिहड़ा इदां दा हुंदा, धन गुरु अर्जन साहब जी कहते हैं, वो फिर रब के घर विच प्रवान चढ़ जाता। असीं भी इदां दे बनना, जिहड़े अवगुणा की सतगुरु ने गल कीती उन्हां तो बचना है असीं, ते गुरु के घर दे सच्चे सुच्चे सेवक बनना है असीं। सो इतनियां बेनतियां स्वीकार करियो जी, भुल चुक दी खिमा। वाहिगुरू जी का खालसा, वाहिगुरू जी की फतेह।